ਵਾਇਸ ਆਫ ਇੰਡੀਆ ਤੇ ਆਪ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਮੈਂ ਤੁਹਾਡਾ ਹੋਸਟ ਐਮਪੀ ਸਿੰਘ ਤੇ ਮੇਰੇ ਨਾਲ ਨੇ ਸਰਦਾਰ ਹਰਪ੍ਰੀਤ ਸਿੰਘ ਜਵੰਦਾ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜਵੰਦਾ ਸਾਹਿਬ। ਅੱਜ ਅਸੀਂ ਇੱਕ ਨਵੇਕਲਾ ਜਿਹਾ ਸਬਜੈਕਟ ਵਿਸ਼ਾ ਚੁਣਿਆ, ਸਿੱਖ ਸਾਈਕੋਲੋਜੀ। ਜੇ ਮੈਂ ਪੁੱਛਣ ਲੱਗ ਪਵਾਂ ਜੀ, ਸਿੱਖ ਸਾਈਕੋਲੋਜੀ ਤੇ ਬਹੁਤ ਵੱਡਾ ਵਿਸ਼ਾ, ਬਹੁਤ ਵੱਡਾ ਜੀ। ਠੀਕ ਹੈ ਜੀ। ਪਰ ਮੈਂ ਦੋ ਘਟਨਾਵਾਂ ਦਾ ਜ਼ਿਕਰ ਕਰਕੇ ਗੱਲਬਾਤ ਨੂੰ ਅੱਗੇ ਤੋਰਾਂਗਾ ਜੀ। ਦੋ ਗੱਲਾਂ ਇਹ ਹੈ ਜੀ, ਇੱਕ ਦਿੱਲੀ ਦੇ ਵਿੱਚ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਹੈ, ਉਹਨੇ ਇੱਕ ਬਹੁਤ ਵੱਡਾ ਉਪਰਾਲਾ ਕੀਤਾ ਇਹਨਾਂ ਦਿਨਾਂ ਦੇ ਵਿੱਚ। ਇੱਕ ਹੌਸਪੀਟਲ ਖੋਲ੍ਹਿਆ। ਹੌਸਪੀਟਲ ਦੇ ਵਿੱਚ ਉਹਨਾਂ ਨੇ ਇੱਕ MRI ਦੀ ਮਸ਼ੀਨ ਲਿਆਂਦੀ ਹੈ, ਜਿਹਨੂੰ ਜੇ MRI ਕਿਸੇ ਪੇਸ਼ੈਂਟ ਦੀ ਕਰਨੀ ਹੈ ਨਾ ਜੀ, ਉਹਦੀ ਫੀਸ ਰੱਖੀ ਸਿਰਫ 50 ਰੁਪਈਏ। ਉਂਝ ਵੈਸੇ ਹੌਸਪੀਟਲ ਦੀ ਸਿਫਤ ਇਹ ਹੈ ਕਿ ਉੱਥੇ ਕੋਈ ਕੈਸ਼ ਕਾਊਂਟਰ ਨਹੀਂ ਹੈ, ਫ੍ਰੀ ਇਲਾਜ ਹੈ, ਬਿਲਕੁਲ ਐਬਸੋਲਿਊਟਲੀ ਫ੍ਰੀ। ਪਰ MRI ਮਸ਼ੀਨ ਸ਼ਾਇਦ ਮਹਿੰਗੀ ਹੋਊਗੀ, ਸ਼ਾਇਦ ਉਹਨਾਂ ਨੇ ਬਾਅਦ ਵਿੱਚ ਲਿਆਂਦੀ, ਜਾਂ ਉਹਦੀ ਕਾਸਟ ਜ਼ਿਆਦਾ ਆਉਂਦੀ ਹੋਊਗੀ। ਉਹਨੇ ਰੱਖਿਆ ਕਿ ਜਿਹੜਾ MRI ਕਰਾਊਗਾ ਜੀ, ਬਾਹਰੋਂ ਸ਼ਾਇਦ 5-7 ਹਜ਼ਾਰ 10 ਹਜ਼ਾਰ ਲੱਗਦਾ ਲੱਗ ਜਾਂਦਾ ਜੀ, ਤੇ ਉਹ 50 ਰੁਪਏ ਰੱਖੇ ਜੀ। ਹੁਣ ਜਵੰਦਾ ਜੀ, ਦਿੱਲੀ ਦੇ ਰੇਲਵੇ ਸਟੇਸ਼ਨ ਤੇ ਜਾਣ ਵਾਸਤੇ ਪਲੇਟਫਾਰਮ ਟਿਕਟ ਚਾਹੀਦੀ ਹੈ। ਜੇ ਤੁਸੀਂ ਟ੍ਰੇਨ ਤੇ ਨਹੀਂ ਚੜ੍ਹਨਾ, ਜੇ ਟ੍ਰੇਨ ਤੇ ਚੜ੍ਹਨਾ, ਫਿਰ ਜਿੱਥੇ ਜਾਣਾ ਤੁਸੀਂ ਉਸ ਡੈਸਟੀਨੇਸ਼ਨ ਟਿਕਟ ਲੈ ਲਓ। ਮੰਨ ਲਓ ਦਿੱਲੀ ਤੋਂ ਅੰਮ੍ਰਿਤਸਰ ਆਉਣਾ, ਦਿੱਲੀ ਤੋਂ ਲਖਨਊ ਜਾਣਾ, ਦਿੱਲੀ ਤੋਂ ਬੰਬੇ ਜਾਣਾ, ਨੈਚੁਰਲ ਟਿਕਟ ਲੈਣੀ ਪਏਗੀ। ਕਈ ਵਾਰੀ ਉਂਝ ਹੀ ਨਾਲ ਛੱਡਣਾ ਬੰਦਾ ਹੁੰਦਾ, ਬੱਚਿਆਂ ਨੂੰ ਛੱਡਣਾ ਜਾਂ ਕਿੱਦਾਂ, ਉਹਨੂੰ ਟਿਕਟ ਲੈਣੀ ਪਏਗੀ ਤੇ 50 ਰੁਪਏ ਦੀ ਹੈ ਜੀ। 50 ਰੁਪਏ ਟਿਕਟ ਦੇ ਪਲੇਟਫਾਰਮ ਦੇ ਤੇ 50 ਰੁਪਏ 'ਚ MRI ਹੋਣ ਲੱਗੀ ਹੋਈ ਹੈ। ਇਹ ਮੈਨੂੰ ਲੱਗਦਾ ਕਿ ਸਿੱਖ ਸਾਈਕੋਲੋਜੀ ਦੇ ਨਾਲ ਜੁੜੀ ਹੋਈ ਗੱਲ ਹੈ। ਇਹ 'ਤੇ ਚਰਚਾ ਮੈਂ ਜ਼ਰੂਰ ਕਰਨੀ ਚਾਹੂੰਗਾ। ਦੂਜਾ ਇੱਕ ਸਬਜੈਕਟ ਹੋਰ ਹੈ ਜੀ, ਕਈ ਵਾਰੀ ਇਹਨੂੰ ਰਾਜਨੀਤਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਆਮ ਲੋਕਾਂ ਵੱਲੋਂ। ਉਹ ਇਹ ਹੈ ਜੀ ਕਿ ਮੇਘਾਲਿਆ ਇੱਕ ਸੂਬਾ ਜੀ ਇੰਡੀਆ ਦਾ, ਉਸ ਸੂਬੇ ਦੇ ਗਵਰਨਰ ਸਤਿਆਪਾਲ ਮਲਿਕ, ਜਿਹੜੇ ਪਹਿਲਾਂ ਜੰਮੂ ਕਸ਼ਮੀਰ ਦੇ ਵੀ ਰਹਿ ਚੁੱਕੇ ਆ, ਜਦੋਂ ਧਾਰਾ 370 ਖਤਮ ਕੀਤੀ ਤੇ ਉਹ ਸੂਬੇ ਨੂੰ ਖਤਮ ਕਰਤਾ ਸੀਗਾ, ਉੱਥੇ ਯੂਨੀਅਨ ਟੈਰੀਟਰੀ ਬਣਾ ਦਿੱਤੀ, ਤਦ ਉਹ ਉੱਥੇ ਗਵਰਨਰ ਹੁੰਦੇ ਸੀ। ਉਹ ਬਾਅਦ ਵਿੱਚ ਹੁਣ ਮੇਘਾਲਿਆ ਦੇ ਗਵਰਨਰ ਬਣ ਗਏ। ਉਹਨਾਂ ਨੇ ਇੱਕ ਕਿਸਾਨ ਅੰਦੋਲਨ ਦੇ ਸੰਬੰਧ ਵਿੱਚ ਗੱਲ ਕੀਤੀ ਹੈ ਕਿ ਇਹ ਅੰਦੋਲਨ ਬਹੁਤ ਲੰਬਾ ਜਾ ਚੁੱਕਾ, ਕਿਸਾਨਾਂ ਦੀਆਂ ਮੰਗਾਂ ਸਰਕਾਰ ਕਿਉਂ ਨਹੀਂ ਮੰਨਦੀ, ਕਿਉਂ ਨਹੀਂ ਇਹਨਾਂ ਦੀ ਗੱਲ ਸੁਣੀ ਜਾਂਦੀ, ਕਿਉਂ ਉਹਨਾਂ ਨੂੰ ਥਕਾਇਆ ਜਾ ਰਿਹਾ, ਇਹਨਾਂ ਨੂੰ ਇਗਨੋਰ ਕਿਉਂ ਕੀਤਾ ਜਾ ਰਿਹਾ। ਇੱਕ ਗਵਰਨਰ ਵੱਲੋਂ ਇਸ ਤਰੀਕੇ ਨਾਲ ਕਹਿਣਾ, ਉਹਨੇ ਨਾਲ ਇੱਕ ਬੜੀ ਇੰਪੋਰਟੈਂਟ ਗੱਲ ਕਹੀ, ਕਹਿੰਦਾ ਜੀ ਮੈਨੂੰ ਆਪਦੇ ਰੁਤਬੇ ਦਾ ਪਤਾ, ਮੈਂ ਗਵਰਨਰ ਹਾਂ ਅਤੇ ਗਵਰਨਰ ਪਬਲਿਕ 'ਚ ਨਹੀਂ ਬੋਲਦੇ ਹੁੰਦੇ, ਮੈਨੂੰ ਇਸ ਗੱਲ ਦਾ ਪਤਾ, ਪਰ ਮੈਨੂੰ ਇਹ ਚਿੰਤਾ ਵੀ ਆ ਕਿ ਇਹ ਕਿਸਾਨ ਜਿਹੜੇ ਹੈਗੇ ਆ, ਔਰ ਉਹਨੇ ਗੱਲ ਕਿਸਾਨਾਂ ਦੀ ਪੰਜਾਬ ਨਾਲ ਜੋੜ ਕੇ ਤੇ ਬਾਅਦ ਵਿੱਚ ਸਿੱਖਾਂ ਨਾਲ ਜੋੜ ਕੇ ਕੀਤੀ। ਉਹਨੇ ਕਿਹਾ ਜੇ ਇਹ ਖਾਲੀ ਹੱਥ ਨਹੀਂ ਜਾਣੇ ਚਾਹੀਦੇ। ਤੁਸੀਂ ਸਰਕਾਰ ਸੋਚਦੀ ਹੋਊਗੀ ਕਿ ਅੱਕ ਥੱਕ ਕੇ ਆਪੇ ਮੁੜ ਜਾਣਗੇ, ਜਦੋਂ ਅਸੀਂ ਇਹਨਾਂ ਨੂੰ ਜਲਾਲਤ ਦੀ ਜ਼ਿੰਦਗੀ ਜੀਣ ਵਾਸਤੇ ਮਜਬੂਰ ਕਰ ਰਹੇ ਹਾਂ। ਪਹਿਲਾਂ ਇੰਨੀ ਠੰਡ, ਫਿਰ ਠੰਡ 'ਚ ਬਰਸਾਤ ਵੀ, ਉਸ ਤੋਂ ਬਾਅਦ ਹੁਣ ਇੰਨੀ ਰਾਤ ਦੀ ਗਰਮੀ ਸ਼ੁਰੂ ਹੋ ਗਈ, ਹੁਣੇ ਅਜੇ ਜੂਨ ਜੁਲਾਈ ਆਉਣਾ, ਅਤੇ ਜਲਾਲਤ ਭਰੀ ਜ਼ਿੰਦਗੀ ਜੀਣ ਦੇ ਕਾਬਲ ਨਹੀਂ ਹੈਗੇ। ਅਣਖੀਏ ਲੋਕ ਆਪੇ ਮੁੜ ਜਾਣਗੇ ਘਰਾਂ ਨੂੰ। ਉਹ ਕਹਿੰਦਾ ਜੇ ਇਹ ਖਾਲੀ ਹੱਥ ਮੁੜ ਗਏ, ਇਹ ਸਭ ਤੋਂ ਵੱਡੀ ਖਤਰਨਾਕ ਗੱਲ ਹੋਊਗੀ। ਇਹ ਲੋਕ 300 ਸਾਲਾਂ ਤੱਕ ਮਾਫ ਨਹੀਂ ਕਰਨਗੇ। ਕਿਹਨੂੰ ਨਹੀਂ ਕਰਨਗੇ, ਇਹ ਤੁਸੀਂ ਦੱਸਣਾ ਜੀ। ਸਿੱਖ ਸਾਈਕੋਲੋਜੀ ਕੀ ਹੈ ਇਹ ਦੋਨਾਂ ਗੱਲਾਂ 'ਤੇ? ਦੇਖੋ ਜੀ, ਸਿੱਖ ਸਾਈਕੋਲੋਜੀ ਦੀ ਜਦੋਂ ਗੱਲ ਮੈਂ ਪ੍ਰੈਜ਼ੈਂਟ 'ਤੇ ਜਿਹੜੀ ਚੱਲ ਰਹੀ ਹੈ, ਜੋ ਮੂਵਮੈਂਟ ਚੱਲ ਰਹੀ ਹੈਗੀ ਹੈ, ਜੋ ਵੀ ਹੈ, ਉਹਦੇ ਬਾਰੇ ਬਹੁਤ ਸਾਰੀ ਡਿਸਕਸ਼ਨ ਹੋ ਚੁੱਕੀ ਹੈ। ਲੇਕਿਨ ਮੈਂ ਉਹ ਮੇਘਾਲਿਆ ਦੇ ਜਿਹੜੇ ਗਵਰਨਰ ਦੇ ਬਿਆਨ ਦੇ ਰੈਫਰੈਂਸ 'ਤੇ ਕੁਝ ਮੈਂ ਗੱਲਾਂ ਦੱਸਣੀ ਚਾਹੁੰਦਾ ਕਿ ਖਾਲਸੇ ਦਾ ਜਨਮ ਹੋਇਆ ਜੀ 1666 1699 ਅਤੇ 1999 'ਚ ਬੜਾ ਵੱਡਾ ਫੰਕਸ਼ਨ ਕੀਤਾ, ਸਾਰੇ ਦੇਸ਼ 'ਚ ਹੋਇਆ, ਠੀਕ ਹੈ ਜੀ। ਲੇਕਿਨ ਮੈਂ ਤੁਹਾਨੂੰ ਕੁਝ ਰੈਫਰੈਂਸਿਸ ਦੇਣਾ ਚਾਹੁੰਦਾ ਕਿ ਜਿਹੜੇ 1699 ਤੋਂ ਬਾਅਦ ਕਈ ਘਟਨਾਵਾਂ ਐਸੀਆਂ ਹੋਈਆਂ। 1699 ਤੋਂ ਲੈ ਕੇ 1707 ਈਸਵੀ ਤੱਕ, 1699 ਤੋਂ ਲੈ ਕੇ 1707 ਈਸਵੀ ਤੱਕ ਇੰਨੇ ਜ਼ਿਆਦਾ ਉਥਲ ਪੁਥਲ ਹੋਏ। ਖਾਲਸੇ ਦੇ ਜਨਮਦਾਤਾ ਸਾਡੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਨੇ ਸਰਬੰਸ ਵਾਰ ਦਿੱਤਾ ਇਹਦੇ ਵਿੱਚ ਥੋੜ੍ਹੇ ਸਾਲਾਂ 'ਚ ਸਾਰੀਆਂ ਘਟਨਾਵਾਂ ਵਾਪਰ ਗਈਆਂ। ਛੋਟੇ ਸਾਹਿਬਜ਼ਾਦੇ ਸ਼ਹੀਦ ਹੋਏ, ਵੱਡੇ ਸਾਹਿਬਜ਼ਾਦੇ ਜ਼ੋਰਾਵਰ ਸਿੰਘ ਫਤਿਹ ਸਿੰਘ, ਹਾਂਜੀ, ਉਹ ਸਾਹਮਣੇ ਅੱਖਾਂ ਦੇ ਸ਼ਹੀਦ ਹੋਏ। ਮਾਤਾ ਦੀ, ਹਾਂਜੀ, ਕਿਆ ਕਿਲ੍ਹਾ ਛੱਡ ਦਿਓ, ਹਾਂਜੀ, ਪਹਾੜੀ ਰਾਜਿਆਂ ਨੇ ਕਿਹਾ ਵੀ ਤੁਸੀਂ ਕਿਲ੍ਹਾ ਛੱਡ ਦਿਓ। ਪਹਾੜੀ ਰਾਜਿਆਂ ਨੇ ਅਤੇ ਮੁਗਲਾਂ ਨੇ ਆਪਸ ਕਰਕੇ ਗੱਠਜੋੜ ਕਰਕੇ ਉਹਨਾਂ ਨੂੰ ਇਹ ਸੀ ਕਿ
ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਜਿਹੜੇ ਨੇ ਸਵੇਰੇ ਅਰਲੀ ਮਾਰਨਿੰਗ ਨਗਾਰਾ ਵਜਾਉਂਦੇ ਆ ਤੇ ਸਾਨੂੰ ਡਰ ਲੱਗਦਾ ਕਿ ਸ਼ਾਇਦ ਸਾਡੇ ਤੇ ਅਟੈਕ ਹੋ ਗਿਆ। ਗੁਰੂ ਗੋਬਿੰਦ ਸਿੰਘ ਜੀ ਦੇ ਸਿੰਘ ਜਿਹੜੇ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਕਈ ਵਾਰੀ ਛਤਰੀ ਤਾਣਦੇ ਨੇ ਤੇ ਇਹ ਸਾਨੂੰ ਲੱਗਦਾ ਕਿ ਇਹ ਫਿਊਚਰ ਦਾ ਬਾਦਸ਼ਾਹ ਜਿਹੜਾ ਹੈ ਇਹ ਸਾਨੂੰ ਚੈਲੰਜ ਕਰ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਕਲਗੀ ਲਾਉਂਦੇ ਨੇ, ਠੀਕ ਨੇ, ਘੋੜੇ ਤੇ ਚੜ੍ਹਦੇ ਨੇ, ਫੌਜਾਂ ਰੱਖਦੇ ਨੇ, ਹਥਿਆਰ ਰੱਖਦੇ ਨੇ, ਸਾਨੂੰ ਡਰ ਲੱਗਦਾ, ਠੀਕ ਹੈ ਜੀ। ਇਹ ਜਿਹੜਾ ਡਰ ਸੀ ਉਹਨਾਂ ਨੂੰ ਅਟੈਂਪਟ ਕੀਤਾ ਕਿ ਮੁਗਲਾਂ ਨਾਲ ਕਰਕੇ ਕਨਾਈਵੈਂਸ ਤੇ ਇਹਨਾਂ ਨੂੰ ਇੱਥੋਂ ਏਰੀਆ ਤੋਂ ਬਾਹਰ ਕੱਢਿਆ ਜਾਏ। ਕਾਫੀ ਯੁੱਧ ਵੀ ਹੋਏ, ਯੁੱਧ ਇੱਕ 'ਚ ਵੀ ਉਹਨਾਂ ਨੇ ਪਹਿਲ ਨਹੀਂ ਕੀਤੀ, ਸਾਰੇ ਯੁੱਧ ਜਿਹੜੇ ਉਹਨਾਂ ਤੇ ਥੋਪੇ ਗਏ, ਠੀਕ ਹੈ ਜੀ। ਫਿਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੀ ਫਿਲਾਸਫੀ ਹੈ ਕਿ ਜਦੋਂ ਤੁਹਾਡੇ ਤੇ ਚੜ੍ਹ ਕੇ ਆਏ ਕੋਈ ਉਦੋਂ ਲਿਹਾਜ਼ ਨਹੀਂ ਕਰਨਾ ਉਹਦਾ, ਜਦੋਂ ਤੁਹਾਡੇ ਕੋਲ ਕੋਈ ਵੀ ਆਪਸ਼ਨ ਬਾਕੀ ਨਾ ਰਹੇ ਗੱਲਬਾਤ ਦਾ, ਠੀਕ ਹੈ ਜੀ। ਫਿਰ ਵੀ ਉਹਨਾਂ ਨੇ ਗੱਲ ਸੁਣੀ, ਗੱਲ ਸੁਣ ਕੇ ਉਹਨਾਂ ਨੇ ਕਿਹਾ ਠੀਕ ਹੈ ਮੈਂ ਕਿਲ੍ਹਾ ਛੱਡ ਦੇਣਾ। ਉਹਨਾਂ ਨੇ ਕਿਉਂਕਿ ਗਊ ਦੀ ਸਹੁੰ ਖਾਧੀ ਸੀ ਕਿ ਆਪਾਂ ਇਹਨਾਂ ਨੂੰ ਅਸੀਂ ਹਮਲਾ ਨਹੀਂ ਕਰਾਂਗੇ, ਹਾਂਜੀ, ਕੁਰਾਨ ਦੀ ਸਹੁੰ ਖਾਧੀ ਕਿ ਆਪਾਂ ਤੁਹਾਡੇ ਤੇ ਅਟੈਕ ਨਹੀਂ ਕਰਾਂਗੇ। ਹਾਲਾਂਕਿ ਗੁਰੂ ਗੋਬਿੰਦ ਸਿੰਘ ਜੀ ਇਹ ਚੀਜ਼ਾਂ ਜਾਣਦੇ ਸੀ ਚੰਗੀ ਤਰ੍ਹਾਂ ਵੀ ਇਹਨਾਂ ਅਟੈਕ ਕਰਨੇ ਕਰਨਾ, ਲੇਕਿਨ ਅਗਰ ਉਹ ਸਿੱਧਾ ਕਹਿੰਦੇ ਸਿੰਘਾਂ ਨੂੰ ਕਿ ਇਹਨਾਂ ਅਟੈਕ ਕਰਨਾ, ਸਿੰਘਾਂ ਨੇ ਮੰਨਣਾ ਨਹੀਂ ਸੀ। ਉਹਨਾਂ ਨੇ ਕੀ ਕੀਤਾ ਕਿ ਜੋ ਵੀ ਉਹਨਾਂ ਕੋਲ ਸੋਰਸਿਸ ਸੀ, ਗੱਡੇ ਗੁੱਡੇ ਸੀ, ਉਹਨਾਂ 'ਚ ਸਮਾਨ ਬੰਨ੍ਹ ਕੇ ਉਹਨਾਂ ਨੇ ਪਹਿਲਾਂ ਭੇਜ ਦਿੱਤਾ ਵਾ, ਠੀਕ ਹੈ ਜੀ, ਕਿ ਦੇਖਦੇ ਕੀ ਬਣਦਾ। ਉਹਨਾਂ ਨੇ ਅਟੈਕ ਕਰਤਾ, ਉਹਦੇ ਤੇ ਲੁੱਟ ਲਿਆ ਜਾਂ ਉੱਤੇ ਉਹਨਾਂ ਨੇ ਜਸਟੀਫਾਈ ਕੀਤਾ ਗੁਰੂ ਗੋਬਿੰਦ ਸਿੰਘ ਜੀ, ਦੇਖ ਲਓ ਵੀ ਜੇ ਅਸੀਂ ਜਾਂਦੇ ਸਾਡੇ ਅਟੈਕ ਜ਼ਰੂਰ ਕਰਨਾ ਸੀ, ਚਾਹੇ ਇਹਨਾਂ ਨੇ ਜਿੰਨੀਆਂ ਮਰਜ਼ੀ ਸਹੁੰ ਕਰਦੀਆਂ, ਠੀਕ ਹੈ ਜੀ। ਫਿਰ ਛੋਟੇ ਸਾਹਿਬਜ਼ਾਦੇ ਸਰਹਿੰਦ ਦੇ ਨਵਾਬ ਨੇ, ਹਾਂਜੀ, ਵਜੀਦ ਖਾਨ ਨੇ ਸ਼ਹੀਦ ਕੀਤੇ। ਉਹਦਾ ਬਦਲਾ ਜਿਹੜਾ ਸੀ ਉਹ ਬੰਦਾ ਬਹਾਦਰ ਨੇ ਲਿਆ ਉੱਥੋਂ, ਠੀਕ ਹੈ ਜੀ। ਆਲੀ ਸਿੰਘ, ਬਾਬਾ ਆਲੀ ਸਿੰਘ ਹੈ ਨਾ ਜੀ, ਉਹਦੀ ਮਦਦ ਨਾਲ ਫਿਰ ਚੱਪੜਚਿੜੀ ਦੇ ਮੈਦਾਨ 'ਤੇ ਹੋਇਆ, ਠੀਕ ਹੈ ਜੀ। ਫਿਰ ਕਿੱਦਾਂ ਵਜੀਦ ਖਾਨ ਦਾ ਸਿਰ ਲਾਇਆ ਸਭ ਜਾਣਦੇ ਹੈ ਨਾ ਜੀ। ਉਸ ਤੋਂ ਤੁਸੀਂ ਬਾਹਰ ਆ ਜਾਓ ਕਿ ਮੱਸੇ ਰੰਗੜ ਦਾ, ਹਾਂਜੀ, ਮੱਸੇ ਰੰਗੜ ਦਾ ਸਿਰ ਲਾਇਆ ਸੀ, ਠੀਕ ਹੈ ਜੀ। ਫਿਰ ਬੋਤਾ ਸਿੰਘ ਤੇ ਗੱਜਾ ਸਿੰਘ ਉਸ ਟਾਈਮ 'ਤੇ ਇੱਕ ਲੈ ਕੇ ਬਰਛਾ ਤੇ ਜਰਨੈਲੀ ਸੜਕ 'ਤੇ ਖਲੋ ਗਏ, ਜਿਸ ਟਾਈਮ 'ਤੇ ਉਹ ਆਪਣਾ ਕੰਮ ਕਰਦੇ ਸੀ। ਲਾਗੋਂ ਕੁਛ ਰਾਹਗੀਰ ਲੰਘੇ, ਉਹਨਾਂ ਨੇ ਕਿਹਾ ਜੀ ਕਿ ਥੋੜੀ ਬਿੜਕ ਜਿਹੀ ਹੋਈ ਹੈ ਜਾਪਦੇ ਸਿੱਖ ਨੇ। ਦੂਜਾ ਕਹਿੰਦਾ ਸਿੱਖ ਤੇ ਖਤਮ ਕਰ ਦਿੱਤੇ ਨੇ ਬਹੁਤ ਦੇਰ ਤੇ। ਉਹਨਾਂ ਦੇ ਕੰਨ 'ਚ ਖਬਰ ਪੈ ਗਈ, ਸੁਣ ਲਈ ਉਹਨਾਂ ਨੇ, ਤੇ ਉਹਨਾਂ ਨੇ ਕੋਲ ਬਰਛੇ ਸੀ, ਬਰਛੇ ਲੈ ਕੇ ਉਹਨਾਂ ਨੇ ਲਗਾਨ ਵਸੂਲਣਾ ਸ਼ੁਰੂ ਕਰਤਾ। ਗੱਲ, ਹਾਂਜੀ, ਗੱਲ ਲਾਹੌਰ ਤੱਕ ਪਹੁੰਚੀ, ਲਾਹੌਰ ਤੋਂ ਫੌਜਾਂ ਆਈਆਂ, ਫਿਰ ਪਿੱਠਾਂ ਨਾਲ ਪਿੱਠਾਂ ਜੋੜ ਕੇ ਉਦੋਂ ਤੱਕ ਮੁਕਾਬਲਾ ਕੀਤਾ ਜਦੋਂ ਤੱਕ ਸਾਹ ਸੱਤ ਨਹੀਂ ਰਿਹਾ। ਸੋ ਦੈਟ ਸ਼ੋਜ਼ ਕਿ ਇਹ ਹਾਲਾਂਕਿ ਅਸਾਵੀਂ ਜੰਗ ਹੈ, ਕਿੱਥੇ 2 ਤੇ ਕਿੱਥੇ 1000 2000, ਲੇਕਿਨ ਉਹ ਅਹਿਸਾਸ ਸੀ ਕਿ ਆਪਾਂ ਖਤਮ ਨਹੀਂ ਹੋਏ। ਉੱਥੋਂ ਸਿੱਧੇ ਮੈਂ ਆਉਣਾ ਚਾਹੁੰਦਾ ਜੀ, ਦੇਸ਼ ਦੀ ਜਦੋਂ ਵੰਡ ਹੋਈ ਹੈ, ਹਾਂਜੀ, ਜਾਂ ਵੰਡ ਹੋਣ ਤੋਂ ਪਹਿਲਾਂ ਦੇਸ਼ ਨੂੰ ਆਜ਼ਾਦ ਕਰਾਉਣ ਦੀ ਗੱਲ ਹੈ। ਆਮ ਤੌਰ ਤੇ ਕਿਹਾ ਜਾਂਦਾ ਕਿ ਜੀ ਦੇਸ਼ ਦੀ ਆਜ਼ਾਦੀ ਵਾਸਤੇ ਬਹੁਤ ਲੋਕਾਂ ਨੇ, ਹਿੰਦੁਸਤਾਨੀਆਂ ਨੂੰ, ਬਹੁਤ ਲੋਕਾਂ ਨੂੰ ਕੁਰਬਾਨੀਆਂ ਦੇਣੀਆਂ ਪਈਆਂ। ਜਦੋਂ ਕੁਰਬਾਨੀਆਂ ਦੀ ਲਿਸਟ ਫੁੱਲੀ ਜਾਂਦੀ ਹੈ ਤੇ ਉਹਨਾਂ ਵਿੱਚ ਸਿੱਖਾਂ ਦੀ ਗਿਣਤੀ ਵੱਧ ਹੁੰਦੀ, ਠੀਕ ਹੈ ਜੀ। ਭਾਵੇਂ ਦੂਜਿਆਂ ਦੀ ਵੀ ਹੈਗੀ ਹੈ, ਇਹ ਦੂਜਿਆਂ ਦੀ ਨੂੰ ਛੁਟਾਇਆ ਨਹੀਂ ਜਾ ਸਕਦਾ, ਇਗਨੋਰ ਨਹੀਂ ਕੀਤਾ ਜਾ ਸਕਦਾ, ਉਹਨੂੰ ਨਗੁਣਾ ਨਹੀਂ ਕਿਹਾ ਜਾ ਸਕਦਾ, ਪਰ ਬਹੁਤ ਹੀ ਗਿਣਤੀ ਜਿਹੜੀ ਹੈ ਉਹ ਸਿੱਖਾਂ ਦੀ ਹੈ। ਇਹ ਮਤਲਬ ਉਹ ਜਿਹੜਾ ਗੁੜਤੀ ਮਿਲੀ ਹੈ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਤੱਕ, ਤੇ ਉਦੋਂ ਬਾਅਦ ਵੀ ਜੋ ਘਟਨਾਕ੍ਰਮ ਸਿੱਖ ਹਿਸਟਰੀ ਵਿੱਚ ਹੋਇਆ, ਇਹ ਉਹਦਾ ਨਤੀਜਾ ਹੀ ਹੋਊਗਾ, ਉਹਦਾ ਪ੍ਰਭਾਵ ਹੋਊਗਾ ਆਮ ਲੋਕਾਂ ਤੇ ਇਸ ਤਰੀਕੇ ਨਾਲ। ਤੇ ਮੈਨੂੰ ਲੱਗਦਾ ਕਿ ਜ਼ਰੂਰ ਸਤਿਆਪਾਲ ਮਲਿਕ ਨੇ ਵੀ ਉਹ ਹਿਸਟਰੀ ਦਾ ਕੋਈ ਪੰਨੇ 4 ਜ਼ਰੂਰ ਪੜ੍ਹੇ ਹੋਣਗੇ। ਬਿਲਕੁਲ ਜੀ, ਬਿਲਕੁਲ। ਉਹਨਾਂ ਨੇ ਇਹ ਵੀ ਪੜ੍ਹਿਆ ਹੋਣਾ ਕਿ ਕਰਤਾਰ ਸਿੰਘ ਸਰਾਭਾ ਅਮਰੀਕਾ ਤੱਕ ਗਿਆ ਸੀ, ਉੱਥੋਂ ਵਾਪਸ ਆਇਆ, ਹਾਂਜੀ, ਠੀਕ ਹੈ ਜੀ। ਲਾਲਾ ਹਰਦਿਆਲ ਅਮਰੀਕਾ 'ਚ ਬੈਠੇ ਨੇ, ਉਹਨਾਂ ਪਤਾ ਸੀ ਕਿ ਜੇ ਵਾਪਸ ਇੰਡੀਆ ਗਿਆ ਤੇ ਸਾਡਾ ਖਤਮ ਹੋ ਜਾਣਾ। ਦੀਵਾਨ ਸਿੰਘ ਕਾਲੇ ਪਾਣੀ ਚਾਹੁੰਦੇ ਤੇ ਮਾਫੀ ਮੰਗ ਕੇ ਬਾਕੀਆਂ ਵਾਂਗੂ ਤੇ ਵਾਪਸ ਆ ਸਕਦੇ ਸੀ, ਮੇਨ ਸਟ੍ਰੀਮ 'ਚ ਨਹੀਂ ਆਏ। ਪਰ ਦੂਜੇ ਪਾਸੇ ਜਲਿਆਂਵਾਲੇ ਬਾਗ ਤੋਂ ਹੁਣ ਸ਼ਹੀਦ ਉਤਮ ਸਿੰਘ ਜਿਹੜਾ ਜਿਹੜਾ ਪਿੰਗਲਵਾੜਾ ਸੀ, ਉੱਥੇ ਕਿਉਂਕਿ ਮਾਂ ਪਹਿਲਾਂ ਹੀ ਖਤਮ ਹੋ ਗਈ, ਬਾਪ ਬਾਅਦ 'ਚ ਡੈਥ ਹੋ ਗਈ, ਈਵਨ ਵੱਡਾ ਭਰਾ ਵੀ ਜਿਹੜਾ ਸੀ ਉਹਦਾ ਵੀ ਡੈਥ ਹੋ ਗਈ, ਤੇ ਇਕੱਲਾ ਰਹਿ ਗਏ ਯਤੀਮ। ਉੱਥੇ ਪਾਣੀ ਪਿਆਉਂਦੇ ਸੀ ਜਦੋਂ ਉੱਥੇ ਅਟੈਕ ਹੋਇਆ, ਜਨਰਲ ਡਾਇਰ ਨੇ ਗੋਲੀ ਚਲਾਈ ਆ। ਹੁਣ ਦੇਖੋ 13 ਅਪ੍ਰੈਲ 1919 ਨੂੰ ਘਟਨਾ ਹੋਏ ਤੇ 4 5 6 10 ਸਾਲ ਬਾਅਦ ਬੰਦਾ ਭੁੱਲ ਜਾਂਦਾ ਕਿ ਚੱਲ ਕੋਈ ਨਹੀਂ, ਲੇਕਿਨ 1942 'ਚ ਜਾ ਕੇ 1942 'ਚ ਕੈਕਸਟਨ ਹਾਲ 'ਚ ਉਸ ਹਾਲ 'ਚ ਜਿੱਥੇ ਇੱਕ ਚਿੜੀ ਪਰ ਨਹੀਂ ਮਾਰ ਸਕਦੀ, ਕਿਤਾਬ ਦੇ ਵਿੱਚ ਇੱਕ ਪਿਸਤਲ ਦੇ ਸਾਈਜ਼ ਦਾ ਕਰਕੇ ਹੋਲ ਕਰਕੇ ਪਿਸਤਲ ਲਗਾ ਕੇ ਜਾ ਕੇ ਮਾਰਨਾ ਬੜੀ ਵੱਡੀ ਗੱਲ ਹੈ। ਔਰ ਇਹ ਸ਼ੋਅ ਕਰਦੇ ਆ, ਆਪਾਂ ਇਹ ਨਹੀਂ ਕਹਿੰਦੇ ਕਿ
ਦੇਖੋ ਵਾਇਲੈਂਸ ਜਿਹੜੀ ਹੈ, ਵਾਇਲੈਂਸ ਕੀ ਹੈ ਜੀ ਕਿ ਇੱਕ ਹੁੰਦੀ ਐਗਜ਼ਿਸਟੈਂਸ ਤੁਸੀਂ ਸ਼ੋਅ ਕਰਨੀ ਆਪਣੀ। ਜੇ ਮੈਂ ਕਹਿੰਦਾ ਕਈ ਵਾਰੀ ਸੋਚਦਾ ਕਿ ਜਿਹੜਾ ਜਨਰਲ ਉਡਵਾਇਰ, ਹਾਲਾਂਕਿ ਜਨਰਲ ਡਾਇਰ ਜਿਹੜਾ ਸੀ ਉਸ ਟਾਈਮ ਤੇ ਉਹ ਜਨਰਲ ਉਡਵਾਇਰ ਜਿਹੜਾ ਸੀ ਸ਼ਾਇਦ ਇੱਕ ਜਿਹੜਾ ਮੇਨ ਰਿਸਪੌਂਸੀਬਲ ਹੁੰਦਾ ਸੀ, ਉਹਦੀ ਡੈਥ ਹੋ ਚੁੱਕੀ ਸੀ, ਪਹਿਲਾਂ ਹੋ ਚੁੱਕੀ ਸੀ। ਤੇ ਇਹ ਸਿਰਫ ਇਸ ਚੀਜ਼ ਦਾ ਸ਼ੋਅ ਕਰਨ ਵਾਸਤੇ ਕਿ ਅਸੀਂ ਭੁੱਲਦੇ ਨਹੀਂ, ਅਸੀਂ ਭਾਵੇਂ ਕੋਈ ਵੀ ਧੱਕਾ ਕਰੇ, ਕੋਈ ਵੀ ਸਾਡੇ ਤੇ ਅਟੈਕ ਕਰੇ, ਸਾਡੇ ਗੁਰੂ ਘਰ ਨੂੰ ਢਾਏ, ਅਸੀਂ ਭੁੱਲਦੇ ਨਹੀਂ ਹੈਗੇ। ਠੀਕ ਹੈ। ਪਰ ਜਿਹੜੀ ਗੱਲ ਮੈਂ ਤੁਹਾਡੇ ਤੋਂ ਪੁੱਛਣੀ, ਸਾਈਕੀ ਦੀ ਗੱਲ ਆਪਾਂ ਹਾਂਜੀ, ਉਹ ਜਿਹੜਾ ਪ੍ਰਭਾਵ ਇਹੋ ਜਿਹੀਆਂ ਗੱਲਾਂ ਤੋਂ ਹੁੰਦਾ, ਉਹ ਪ੍ਰਭਾਵ ਸਿਰਫ ਇਹੀ ਨਹੀਂ ਹੈ ਕਿ ਅਸੀਂ ਬਦਲਾ ਲੈ ਲੈਣਾ ਵੀ ਸਿੱਖ ਕੌਮ ਜਿਹੜੀ ਆ ਉਹ ਬਦਲਾਖੋਰੂ ਪਾਲਿਸੀ ਇਹਨਾਂ ਦੇ ਦਿਮਾਗ 'ਚ ਬੜੀ ਹੋਈ ਗੱਲ ਆ ਕਿ ਜੇ ਸਾਡੇ ਨਾਲ ਕਹਿੰਦਾ ਵੀ ਦੇਖੀ ਕੀਤੀ ਤੇ ਛੱਡਾਂਗੇ ਨਹੀਂ। ਪਰ ਦੂਜੇ ਪਾਸੇ ਤੁਸੀਂ ਦੇਖੋ, ਜਦੋਂ ਵੀ ਕਿਤੇ ਬਿਪਤਾ ਪਈ ਹੈ ਦੁਨੀਆ 'ਚ, ਕਿਤੇ ਵੀ ਦੁਨੀਆ ਦਾ ਕੋਈ ਦੇਸ਼ ਇੱਦਾਂ ਦਾ ਨਹੀਂ ਕਹਿ ਸਕਦਾ ਕਿ ਜਿੱਥੇ ਖਾਲਸਾ ਏਡ ਨੇ ਨਹੀਂ ਜਾ ਕੇ ਪਹੁੰਚ ਕੀਤੀ। ਵਰਦੀਆਂ ਗੋਲੀਆਂ ਦੇ ਵਿੱਚ ਜਦੋਂ ਬੰਬ ਉਡਾ ਰਹੇ ਆ, ਸ਼ਹਿਰਾਂ ਦੇ ਸ਼ਹਿਰ, ਦੇਸ਼ਾਂ ਦੇ ਦੇਸ਼ ਤਬਾਹ ਕਰ ਰਹੇ, ਉੱਥੇ ਖਾਲਸਾ ਏਡ ਜਾ ਕੇ ਲੋਕਾਂ ਨੂੰ ਰੋਟੀ ਪਾਣੀ, ਉਹਨਾਂ ਦੇ ਵਾਸਤੇ ਕੱਪੜੇ, ਉਹਨਾਂ ਵਾਸਤੇ ਛੱਤ, ਉਹਨਾਂ ਵਾਸਤੇ ਪੈਰਾਂ ਵਿੱਚ ਬੂਟ, ਜੁੱਤੀਆਂ ਜਿਹੜੀਆਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਹੈਗੀਆਂ। ਇੰਨਾ ਹੀ ਨਹੀਂ, ਮਤਲਬ ਇੱਕ ਲੰਗਰ ਦੀ ਉਹ ਪਰੰਪਰਾ ਜਿਹਦਾ ਮੁਕਾਬਲਾ ਹੀ ਕੋਈ ਨਹੀਂ, ਸਾਨੀ ਕੋਈ ਨਹੀਂ। ਔਰ ਕਹਿੰਦੇ ਕਹਾਉਂਦੇ ਲੋਕ ਅੱਜ ਇਹ ਕਹਿਣ ਦੇ ਲਈ ਮਜਬੂਰ ਹੋਏ ਪਏ ਆ ਕਿ ਇਹਨਾਂ ਕੋਲ ਪਤਾ ਨਹੀਂ ਕਿਹੜੀ ਤਾਕਤ ਹੈ, ਪਤਾ ਨਹੀਂ ਕਿਹੜੀ ਹਿੰਮਤ ਹੈ, ਪਤਾ ਨਹੀਂ ਕਿਹੜਾ ਜੋਸ਼ ਹੈ, ਪਿੱਛੇ ਪਤਾ ਨਹੀਂ ਕੌਣ ਆ, ਇਹ ਅਰਬਾਂ ਰੁਪਈਆ ਖਰਚ ਕੇ ਲੋਕਾਂ ਨੂੰ ਭੁੱਖਿਆਂ ਨੂੰ ਖਵਾਉਂਦੇ। ਮੈਂ ਨਹੀਂ ਕਹਿੰਦਾ ਕਿ ਗੁਰਦੁਆਰੇ 'ਚ ਭੁੱਖੇ ਲੋਕ ਜਾਂਦੇ, ਗੁਰਦੁਆਰੇ 'ਚ ਅਸੀਂ ਲੋਕ ਵੀ ਜਾਂਦੇ, ਅਸੀਂ ਕਿਹੜਾ ਘਰੋਂ ਭੁੱਖੇ ਹੁੰਦੇ, ਅਸੀਂ ਘਰ ਵੀ ਖਾ ਸਕਦੇ, ਪਰ ਉਹ ਗਏ ਹੁੰਦੇ ਅਸੀਂ ਉੱਥੇ ਕੋਈ ਇੱਕ ਸੈਲੀਬ੍ਰੇਸ਼ਨ ਹੁੰਦੀ ਹੈ, ਸੈਲੀਬ੍ਰੇਸ਼ਨ ਤੋਂ ਬਾਅਦ ਸਾਡੇ ਰਿਵਾਜ ਹੈ, ਸਾਡੀ ਨੀਤੀ ਹੈ ਇਹ ਕਿ ਉੱਥੇ ਜਿਹੜੇ ਵੀ ਲੋਕ ਇਕੱਠੇ ਹੋਣਗੇ ਉਹਨਾਂ ਨੂੰ ਇੱਕ ਪੰਗਤ 'ਚ ਬਿਠਾ ਕੇ ਛਕਾਇਆ ਜਾਊਗਾ। ਇਸ ਪਰੰਪਰਾ ਨੂੰ ਜਿਹੜਾ ਉਹ ਯੁੱਗਾਂ ਜੁਗਾਂਤਰਾਂ ਤੋਂ ਆ ਰਹੀ ਹੈ, ਸਦੀਆਂ ਤੋਂ ਆ ਰਹੀ, ਉਹਨੂੰ ਲਾਗੂ ਕੀਤਾ ਜਾ ਰਿਹਾ ਹੈ। ਇੱਕ ਜਿਹੜੀ ਦੂਜੀ ਗੱਲ ਮੈਂ ਨਾਲ ਜੋੜ ਕੇ ਕਹਿੰਦਾ ਕਿ ਸੇਵਾ ਵਾਲੀ ਗੱਲ, ਜੇ ਦਿੱਲੀ ਗੁਰਦੁਆਰਾ ਕਮੇਟੀ ਨੇ, ਸਿੱਖ ਬੋਰਡ ਕਮੇਟੀ ਨੇ, ਦਿੱਲੀ ਗੁਰਦੁਆਰਾ ਜਿਹੜੀ ਸਿੱਖ ਗੁਰਦੁਆਰਾ ਕਮੇਟੀ ਨੇ ਇਹ ਇਹੋ ਜਿਹਾ ਇੰਤਜ਼ਾਮ ਕੀਤਾ ਵੀ ਇੱਕ ਹਸਪੀਟਲ ਖੋਲ੍ਹਿਆ ਜਿਹਦੇ ਵਿੱਚ ਕੈਸ਼ ਕਾਊਂਟਰ ਹੀ ਹੈ ਨਹੀਂ, ਰਿਸੈਪਸ਼ਨ ਹੈਗੀ ਹੈ, ਜਿਹੜੀ ਰਿਸੈਪਸ਼ਨ ਤੋਂ ਤੁਹਾਨੂੰ ਗਾਈਡੈਂਸ ਮਿਲਦੀ ਹੈ ਕਿ ਤੁਸੀਂ ਇੱਧਰ ਚਲੇ ਜਾਓ, ਡਾਕਟਰ ਇੱਥੇ ਮਿਲੇਗਾ ਤੁਹਾਨੂੰ, ਆਈ ਸਰਜਨ ਇੱਧਰ ਮਿਲੇਗਾ, ਦੂਜਾ ਕੋਈ ਹੱਡੀਆਂ ਦਾ ਡਾਕਟਰ ਇੱਧਰ ਮਿਲੇਗਾ, ਤੁਹਾਨੂੰ ਡਾਇਬਟਿਕ ਹੈ ਇੱਧਰ ਜਾਣਾ ਪਏਗਾ, ਕੋਈ ਹੋਰ ਸਰੀਰਕ ਪ੍ਰੋਬਲਮ ਜਿੱਦਾਂ ਵੀ ਹੈਗੀਆਂ ਇਸ ਸੈਕਸ਼ਨ 'ਤੇ ਜਾਣਾ ਪਏਗਾ ਜਾਂ ਇਸ ਫਲੋਰ 'ਤੇ ਜਾਣਾ ਪਏਗਾ। ਪਰ ਉੱਥੇ ਉਹ ਤੁਹਾਡੇ ਕੋਲੋਂ ਫੀਸ ਨਹੀਂ ਲੈਂਦੇ। ਜੇ ਫੀਸ ਲੈਣ ਦੀ ਗੱਲ ਤਾਂ ਅਸੀਂ MRI ਜਿਹੜੀ ਬਾਹਰ 10,000 ਦੀ ਹੁੰਦੀ ਪਈ ਆ, ਉੱਥੇ ਸਿਰਫ 50,000 ਦੀ ਹੁੰਦੀ ਹੈ, 50 ਰੁਪਏ ਦੀ, ਸੌਰੀ 50 ਰੁਪਏ ਦੀ ਹੋ ਰਹੀ ਆ। ਇਹਦੇ ਪਿੱਛੇ ਜਿਹੜੀ ਸਾਈਕੀ ਹੈ, ਮਾਨਸਿਕਤਾ ਜਿਹੜੀ ਹੈਗੀ, ਉਹ ਕੀ ਹੈ? ਦੇਖੋ ਜੀ, ਜਦੋਂ ਗੁਰੂ ਗੋਬਿੰਦ ਸਿੰਘ ਜੀ ਨੂੰ ਇਹ ਕੰਪਲੇਨ ਮਿਲੀ, ਇੱਕ ਭਾਈ ਕਨਈਆ ਵਾਲੀ ਗੱਲ ਕਰਦੇ ਹਾਂ, ਹਾਂਜੀ, ਕਿਸੇ ਨੇ ਕੰਪਲੇਨ ਕੀਤੀ ਕਿ ਸਾਡਾ ਉਹ ਅਗਲੇ ਲਿਹਾਜ਼ ਨਹੀਂ ਕਰਦੇ, ਤੇ ਅਸੀਂ ਜਦੋਂ ਆਪਾਂ ਜਾਨ ਹੂਲ ਕੇ ਅਗਲੇ ਦੇ ਆਹੂ ਲਾਉਂਦੇ ਹਾਂ ਤੇ ਇਹ ਬੰਦਾ ਜਿਹੜਾ ਉਹਨਾਂ ਨੂੰ ਪਾਣੀ ਪਿਆਉਂਦਾ, ਉਹ ਫਿਰ ਤਿਆਰ ਹੋ ਕੇ ਉੱਠ ਕੇ ਤੇ ਸਾਡੇ ਲੜਦੇ। ਠੀਕ ਹੈ ਜੀ। ਤੇ ਜੇ ਗੁਰੂ ਗੋਬਿੰਦ ਸਿੰਘ ਜੀ ਦੀ ਦਸਮ ਪਾਤਸ਼ਾਹ ਦੀ ਥਿੰਕਿੰਗ ਕੁਝ ਮੁਤਸਬੀ ਹੁੰਦੀ, ਉਹ ਕਹਿੰਦੇ ਵੀ ਕਨਈਆ ਬੰਦ ਕਰੋ, ਤੁਸੀਂ ਨਹੀਂ ਜਾਣਾ ਹੁਣ ਮੈਦਾਨ 'ਚ, ਸਸਪੈਂਡ ਤੁਸੀਂ, ਠੀਕ ਹੈ ਜੀ, ਤੁਹਾਡਾ ਕੋਰਟ ਮਾਰਸ਼ਲ ਜਾਂ ਜੋ ਬੋਲੋ, ਠੀਕ ਹੈ। ਲੇਕਿਨ ਉਹਨਾਂ ਨੇ ਕੀ ਕਿਹਾ ਕਿ ਅੱਛਾ ਤੂੰ ਪਾਣੀ ਲੈ ਕੇ ਜਾਣਾ, ਮਲਮ ਨਹੀਂ ਲੈ ਕੇ ਜਾਇਆ, ਜਿੱਤੇ ਜ਼ਖਮ ਹੋ ਜਾਂਦਾ ਤੇ ਜ਼ਖਮਾਂ ਤੇ ਮਲਮ ਲੈ। ਨਹੀਂ, ਤੋਂ ਪਹਿਲਾਂ ਭਾਈ ਕਨਈਆ ਨੇ ਵੀ ਕਿਹਾ, ਜਦੋਂ ਉਹਨਾਂ ਨੂੰ ਸ਼ਿਕਾਇਤ ਮਿਲੀ ਤੇ ਭਾਈ ਕਨਈਆ ਨੇ ਵੀ ਕਿਹਾ, ਮੈਨੂੰ ਸਾਰੇ ਤੁਸੀਂ ਦਿਸਦੇ ਪਏ, ਸਾਡੇ ਤੁਸੀਂ ਦਿਸਦੇ ਹੋ, ਠੀਕ ਹੈ ਜੀ, ਬੜੀ ਵੱਡੀ ਗੱਲ। ਸੋ ਇਹ ਗੱਲ ਹੈ। ਹੁਣ ਦੇਖੋ 1965 'ਚ 1971 'ਚ ਇੱਕ ਫੋਟੋ ਵਾਇਰਲ ਹੋਈ ਹੈ ਜਿਹਦੇ 'ਚ ਲਾਹੌਰ ਦੇ ਲਾਗੇ ਇੱਕ ਪੁਲਿਸ ਥਾਣਾ ਹੈ ਜਿੱਥੇ ਸਿੱਖ ਫੌਜ ਨੇ ਕਬਜ਼ਾ ਕਰ ਲਿਆ ਜਾ ਕੇ 71 'ਚ, ਤੇ ਇੱਕ ਪੁਲਿਸ ਥਾਣੇ ਦੇ ਵਿੱਚ ਆਪਣੀ ਇੰਡੀਅਨ ਮਿਲਟਰੀ ਜਿਹੜੀ ਹੈ, ਪੰਜਾਬੀ ਮਿਲਟਰੀ ਮੈਨ ਉਹ ਖਲੋਤੇ ਨੇ, ਨਾਲ ਇੱਕ ਪਿਕਚਰ ਹੈ ਕਿ ਇੱਕ ਬਜ਼ੁਰਗ ਮਾਤਾ ਜਿਹੜੀ ਉਹਨੂੰ ਚੱਕਿਆ ਹੋਇਆ ਉਹਨਾਂ ਨੇ, ਠੀਕ ਹੈ ਜੀ, ਚੱਕਿਆ ਹੋਇਆ, ਬਿਮਾਰ ਸੀ ਵਿਚਾਰੀ ਪਾਕਿਸਤਾਨੀ ਕੋਈ, ਉਹਨੂੰ ਚੱਕ ਕੇ ਤੇ ਉਹਦਾ ਇਲਾਜ ਵੀ ਕਰਦੇ ਪਏ ਹੋ, ਠੀਕ ਹੈ ਜੀ। ਸੋ ਦੈਟ ਸ਼ੋਜ਼ ਕਿ ਜੰਗ ਦੇ ਮੈਦਾਨ 'ਚ ਵੀ ਇਹ ਆਪਣੇ ਕਦੇ ਰੂਲਸ ਰੈਗੂਲੇਸ਼ਨ ਨੂੰ, ਗੁਰੂ ਗੋਬਿੰਦ ਸਿੰਘ ਜੀ ਦਾ ਸਿਧਾਂਤ ਹੈ ਜਿਹੜਾ ਉਹਨਾਂ ਦਾ ਫਲਸਫਾ, ਉਹ ਕਦੀ ਤਿਆਗਿਆ ਨਹੀਂ ਇਹਨਾਂ ਨੇ, ਠੀਕ ਹੈ ਜੀ। ਕਦੀ ਕਿਸੇ ਦੇ ਪਿੱਠ 'ਤੇ ਗੋਲੀ ਨਹੀਂ ਮਾਰੀ, ਕਦੀ ਕਿਸੇ ਦੇ ਉਹ ਨਹੀਂ ਕੀਤਾ। ਹੁਣ ਦੇਖੋ
ਮੈਂ ਤੁਹਾਨੂੰ ਇੱਕ ਦੱਸਦਾ ਕਿ ਜਨਰਲ ਹਰਬਖਸ਼ ਸਿੰਘ ਹੋਏ ਆ ਹਾਂਜੀ 1965 ਚ ਵੈਸਟਰਨ ਕਮਾਂਡ ਦੇ ਉਹ ਚੀਫ ਆਫ ਦਾ ਵੈਸਟਰਨ ਕਮਾਂਡ ਸੀ ਉਸ ਟਾਈਮ ਤੇ, ਠੀਕ ਹੈ ਜੀ। ਉਹਨਾਂ ਨੂੰ ਦਿੱਲੀ ਤੋਂ ਇੱਕ ਮੈਸੇਜ ਆਉਂਦਾ ਹੈ ਕਿ ਪਤਾ ਨਹੀਂ ਕਿੰਨੇ ਟੈਂਕ ਬ੍ਰਿਗੇਡ ਜਿਹੜੇ ਨੇ ਉਹ ਅਟੈਕ ਕਰਨ ਆ ਰਹੇ ਨੇ ਅੰਮ੍ਰਿਤਸਰ ਤੇ ਰਮਦਾਸ ਤੇ ਡੇਰਾ ਬਾਬਾ ਨਾਨਕ ਸੈਕਟਰ 'ਚ, ਤੇ ਪਿੱਛੇ ਹੋ ਜਾਓ ਤੁਸੀਂ। ਆਪਣਾ ਜਿਹੜਾ ਬਿਆਸ ਤੇ ਦਰਿਆ ਸਤਲੁਜ ਹੈ ਨਾ, ਬਿਆਸ ਦਰਿਆ ਦਾ ਜਿਹੜਾ ਦੂਸਰਾ ਕੰਢਾ ਨਾ, ਉਹਨੂੰ ਤੁਸੀਂ ਇੱਕ ਬੇਸ ਬਣਾ ਕੇ ਉੱਥੇ ਆ ਜਾਓ, ਜਲੰਧਰ ਸਾਈਡ ਤੇ ਆ ਜਾਓ। ਤੇ ਉਹਨਾਂ ਦਾ ਜਵਾਬ ਸੀ, ਕਪੈਸਿਟੀ ਸੀ ਉਹਨਾਂ 'ਚ, ਠੀਕ ਹੈ ਜੀ, ਸੋਚਣ ਦੀ, ਡਿਸੀਜਨ ਲੈਣ ਦੀ, ਜਾਂ ਆਪਣੇ ਜਿਹੜੇ ਥੱਲੇ ਜਿਹੜੀਆਂ ਬ੍ਰਿਗੇਡਸ ਹੈਗੀ ਸੀ ਉਹਨਾਂ ਤੇ ਬਿਲੀਵ ਸੀ, ਕੰਟਰੋਲ ਸੀ, ਜਾਂ ਇੱਕ ਵਿਸ਼ਵਾਸ ਸੀ। ਉਹ ਕਹਿੰਦੇ ਸੀ ਕਿ ਮੈਂ ਹੁਕਮ ਨਹੀਂ ਮੰਨਣਾ ਹੈਗਾ, ਮੈਂ ਅੰਮ੍ਰਿਤਸਰ ਨਹੀਂ ਛੱਡਣਾ। ਆਪਾਂ ਪਹਿਲਾਂ ਨਨਕਾਣਾ ਗਵਾ ਚੁੱਕੇ ਹਾਂ, ਹੁਣ ਆਪਾਂ ਹਰਿਮੰਦਰ ਸਾਹਿਬ ਨਹੀਂ ਗਵਾਉਣਾ, ਜੋ ਹੁੰਦਾ ਵੇਖੀ ਜਾਏਗੀ, ਠੀਕ ਹੈ ਜੀ। ਫਿਰ ਉਹਨਾਂ ਨੇ ਜਿਹੜਾ ਅਟੈਕ ਹੋਇਆ ਸੀ ਉਹਦਾ ਮੁਕਾਬਲਾ ਕੀਤਾ, ਆਪਣੀ ਇੱਕ ਟੈਕਟਿਕਸ ਬਣਾਈ ਤੇ ਉਹਨਾਂ ਨੂੰ ਮੂੰਹ ਦਿਖਾਣੀ ਪਈ। ਬਿਲਕੁਲ, ਠੀਕ ਹੈ ਜੀ। ਔਰ ਕੋਰਟ ਮਾਰਸ਼ਲ ਵੀ ਚੱਲਿਆ। ਕੋਰਟ ਮਾਰਸ਼ਲ ਜਿਹੜਾ ਸੀ, ਜਿਹੜੇ ਬਾਕੀ ਦੇ ਸੀ ਉਹਨਾਂ ਦੇ, ਹਾਲਾਂਕਿ ਇੱਕ ਹਰ ਮਹਿਕਮੇ 'ਚ ਇੱਕ ਵਿਰੋਧਾਭਾਸ ਹੁੰਦਾ ਜੀ, ਇੱਕ ਡਿਫਰੈਂਟ ਲੌਬੀ ਹੁੰਦੀ। ਉਹਨਾਂ ਨੇ ਕਿਹਾ ਜੀ ਇਹਨਾਂ ਡਿਫੈਂਸ ਮਿਨਿਸਟਰ ਦੀ ਹੁਕਮ ਨਹੀਂ ਬਣਿਆ ਤੇ ਇਹਨਾਂ ਤੇ ਕੀਤਾ ਜਾਏ, ਕੋਰਟ ਮਾਰਸ਼ਲ ਕੀਤਾ ਜਾਏ। ਲੇਕਿਨ ਉਸ ਟਾਈਮ ਤੇ ਪ੍ਰਾਈਮ ਮਿਨਿਸਟਰ ਸੀ ਲਾਲ ਬਹਾਦਰ ਸ਼ਾਸਤਰੀ। ਉਹ ਵੀ ਜਿਸ ਤਰ੍ਹਾਂ ਮੇਘਾਲਿਆ ਦਾ ਗਵਰਨਰ ਹੈ ਨਾ, ਜਿਹੜਾ ਕਹਿੰਦਾ ਮੈਂ ਸਾਈਕੋਲੋਜੀ ਜਾਣਦਾ ਸਿੱਖਾਂ ਦੀ, ਉਹ ਵੀ ਜਾਣਦਾ ਸੀ ਕਿ ਸਿੱਖ ਕੌਮ ਇੱਕ ਮਾਰਸ਼ਲ ਕੌਮ ਹੈ, ਬੜੀ ਬਹਾਦਰ ਕੌਮ ਹੈ। ਔਰ ਜੋ ਇਸ ਬੰਦੇ ਨੇ ਕੀਤਾ, ਇਹਨੇ ਆਪਣੀ ਫਿਲਾਸਫੀ, ਆਪਣੇ ਗੁਰੂਆਂ ਦੀ ਫਿਲਾਸਫੀ ਔਰ ਆਪਣੇ ਜਿਹੜੇ ਮਾਤ ਭੂਮੀ ਆ ਉਹਨੂੰ ਕੰਬਾਈਨ ਕਰਕੇ ਜਿਹੜਾ ਡਿਸੀਜਨ ਆ ਬਿਲਕੁਲ ਠੀਕ ਲਿਆ। ਕੋਈ ਮੋਰਓਵਰ ਬਚਾਇਆ ਉਹਨੇ ਸਾਰਿਆਂ ਨੇ। ਤੇ ਤੁਸੀਂ ਇਮੈਜਿਨ ਕਰੋ, ਜੇ ਲੱਦਾਖ ਜਿਹੜਾ 1962 ਚ ਚੀਨ ਦੇ ਕਬਜ਼ੇ 'ਚ ਆਇਆ, ਹਾਲੇ ਤੱਕ ਨਹੀਂ ਛੁੱਟਿਆ, ਤੇ ਤੁਸੀਂ ਇਮੈਜਿਨ ਕਰੋ ਅਗਰ ਅੰਮ੍ਰਿਤਸਰ ਉਦੋਂ ਕਬਜ਼ਾ ਕਰ ਲੈਂਦੇ ਹੋ ਤੇ ਛੱਡਣਾ ਸੀ ਉਹਨਾਂ ਨੇ, ਤੁਸੀਂ ਦੱਸੋ ਛੱਡਣਾ ਸੀ ਉਹਨਾਂ ਨੇ? ਹਾਂਜੀ, ਠੀਕ ਹੈ ਜੀ। ਸੋ ਇਹ ਚੀਜ਼ਾਂ ਨੇ ਜਿਹੜੀਆਂ ਸਾਈਕੋਲੋਜੀ ਨੂੰ ਉਜਾਗਰ ਕਰਦੀਆਂ ਨੇ। ਦੇਖੋ ਬਿਲਕੁਲ ਤੁਹਾਡੀ ਗੱਲ ਠੀਕ ਹੈ, ਪਹਿਲਾਂ ਅਟੈਕ ਨਹੀਂ ਕਰਨਾ ਕਰਦੇ ਸੀ, ਲੇਕਿਨ ਉੱਥੇ ਜਿਹੜੀ ਦਿੱਲੀ ਵਾਲੀ ਗੱਲ ਦੇਖੋ, ਹਸਪੀਟਲ ਵਾਲੀ ਗੱਲ ਜਿਹੜੀ ਤੁਹਾਡੀ ਬਿਲਕੁਲ ਠੀਕ ਹੈ ਜੀ। ਇਹ ਦੋਨੋਂ ਗੱਲਾਂ ਦਿੱਲੀ ਦੇ ਬਾਰਡਰ ਤੇ ਹੋ ਰਹੀਆਂ, ਪਰ ਅਸੀਂ ਇਹ ਸਮਝਦੇ ਹਾਂ ਕਿ ਇੱਕ ਬੜੀ ਡਿਫਰੈਂਟ ਤਰੀਕੇ ਦਾ ਇੱਕ ਗਲਤ ਪ੍ਰਚਾਰ ਕੀਤਾ ਜਾ ਰਿਹਾ ਕਿ ਇਹ ਜੋ ਕੁਝ ਹੋ ਰਿਹਾ ਐਂਟੀ ਕੰਟਰੀ ਹੈ ਜੀ, ਐਂਟੀ ਖਾਸ ਕਮਿਊਨਿਟੀ ਦੇ ਖਿਲਾਫ ਹੋ ਰਿਹਾ, ਐਂਟੀ ਇੱਕ ਸੈਕਸ਼ਨ ਆਫ ਸੋਸਾਇਟੀ ਉਹਦੇ ਖਿਲਾਫ ਹੈ। ਔਰ ਕਾਫੀ ਕੁਝ ਜੋੜ ਕੇ ਇਹਦੇ 'ਚ ਕਾਫੀ ਸਾਰੇ ਜਿਹੜੇ ਫੋਰਸਿਸ ਨਾਲ ਰਲੀਆਂ ਪਈਆਂ ਨੇ, ਠੀਕ ਹੈ ਜੀ। ਔਰ ਬੜਾ ਅਨਫੋਰਚੂਨੇਟ ਹੈ। ਈਵਨ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇਣਾ, ਟਾਈਮਜ਼ ਆਫ ਇੰਡੀਆ ਤੇ ਅਗਰ ਕੋਈ ਚੀਜ਼ ਐਸੀ ਛਪਦੀ ਹੈ ਜਿਹੜੀ ਮੈਂ ਕਹਿੰਦਾ ਗਲਤ ਹੈ, ਮੈਂ ਉਹਦੇ ਥੱਲੇ ਆਪਣਾ ਸਟੇਟਮੈਂਟ ਦੇ ਦੇਣਾ ਕਿ ਨਹੀਂ ਇਹ ਗਲਤ ਹੈ। ਮੈਂ ਤੁਹਾਨੂੰ ਡਾਕੂਮੈਂਟਡ ਦਿਖਾ ਦੇਣਾ ਕਿ ਰੂਲਿੰਗ ਪਾਰਟੀ ਦਾ ਇੱਕ IT ਸੈੱਲ ਹੈਗਾ, ਉਹ 'ਚ ਪਤਾ ਨਹੀਂ ਕਿੰਨੇ ਕੁ ਬੰਦੇ ਉਹਨਾਂ ਨੇ ਭਰਤੀ ਕੀਤੇ ਆ। ਤੁਹਾਨੂੰ ਮਾਵਾਂ ਭੈਣਾਂ ਦੀਆਂ ਗਾਲਾਂ ਕੱਢਦੇ ਆ, ਤੁਹਾਨੂੰ ਟੈਰਰਿਸਟ ਕਹਿੰਦੇ ਆ, ਤੁਹਾਨੂੰ ਅੱਤਵਾਦੀ ਕਹਿੰਦੇ ਹੈਗੇ, ਤੁਹਾਨੂੰ ਕਹਿੰਦੇ ਤੁਹਾਡੇ ਕੋਲ ਏਡ ਕਿੱਥੋਂ ਆਈ। ਹੁਣ ਦੇਖੋ ਖਾਲਸਾ ਏਡ ਦੀ ਗੱਲ ਕੀਤੀ ਹੈ, ਖਾਲਸਾ ਏਡ ਦੀ ਜਦੋਂ ਗੱਲ ਚੱਲਦੀ ਹੈ, ਇਹਨਾਂ ਕੋਲ ਏਡ ਕਿੱਥੋਂ ਆਉਂਦੀ ਹੈ, ਕਿਹੜਾ ਕੰਟਰੀ ਇਹਨਾਂ ਨੂੰ ਏਡ ਲੈਣੀ ਉਦੋਂ ਨਹੀਂ ਪੁੱਛਿਆ। ਹਾਂਜੀ, ਠੀਕ ਹੈ ਜੀ। ਇਹ ਰੋਹਿੰਗੀਆ ਮੁਸਲਮਾਨਾਂ ਦੀ ਮਦਦ ਕਿਉਂ ਕਰਦੇ ਆ? ਹਾਲਾਂਕਿ ਨੇਪਾਲ 'ਚ ਵੀ ਗਏ ਆ, ਉੱਤਰਾਖੰਡ 'ਚ ਵੀ ਗਏ ਆ, ਹਰ ਇਨਸਾਨ ਦੀ ਗੱਲ ਕਰਦੇ, ਕੇਰਲ 'ਚ ਵੀ ਗਏ ਆ। ਕੇਰਲ 'ਚ ਮੈਨੂੰ ਯਾਦ ਹੈ ਹੜ੍ਹ ਆਏ ਤੇ ਇੱਕ ਕੈਰਲਾਈਟ ਸੀ, ਉਹ ਕਹਿੰਦਾ ਕਿ ਮੈਂ ਪ੍ਰਮਾਤਮਾ ਅੱਗੇ ਅਰਦਾਸ ਕੀਤੀ ਕਿ ਇਹ ਪ੍ਰਮਾਤਮਾ ਆਪਣਾ ਕੋਈ ਦੂਤ ਘੱਲ, ਠੀਕ ਹੈ ਜੀ। ਕਹਿੰਦਾ ਸਵੇਰੇ ਉੱਠੇ ਆਪਾਂ ਤੇ ਸਾਡੇ ਬੂਹੇ ਦੇ ਅੱਗੇ ਏਡ ਪਈ ਸੀ ਫੱਟੇ ਦੇ, ਤੇ ਬਾਹਰ ਵੇਖਿਆ ਤੇ ਪੱਗ ਬਣੀ ਸਰਦਾਰ ਰੱਬ ਦੇ ਰੂਪ 'ਚ ਆ ਕੇ ਚਲਾ ਵੀ ਗਿਆ ਸੀ, ਠੀਕ ਹੈ ਜੀ। ਇਹ ਬਿਲਕੁਲ ਜੀ ਸਾਈਕੋਲੋਜੀ ਨੂੰ ਅਸਲ 'ਚ ਸਮਝਣ ਦੀ ਲੋੜ ਹੈ। ਜਿਹੜੇ ਲੋਕ ਸਮਝਦੇ ਨਹੀਂ ਹੈਗੇ ਉਹਨਾਂ ਨੂੰ ਪੜ੍ਹਨ ਦੀ ਲੋੜ ਹੈ। ਜੇ ਉਹਨਾਂ ਨੂੰ ਮੌਜੂਦਾ ਹਾਲਾਤ ਇਸ ਤਰੀਕੇ ਦੇ ਹੈਗੇ ਆ, ਉਹਨਾਂ ਨੂੰ ਸਮਝ ਨਹੀਂ ਆ ਰਹੀ ਤੇ ਉਹਨਾਂ ਨੂੰ ਪੜ੍ਹ ਲੈਣਾ ਚਾਹੀਦਾ। ਇਤਿਹਾਸ ਪੜ੍ਹਨਾ ਜਿਹੜਾ ਵਾ ਉਹ ਕੋਈ ਗੁਨਾਹ ਨਹੀਂ ਹੈ, ਇਤਿਹਾਸ ਤੋਂ ਜਾਣੂ ਹੋਣਾ। ਲੇਕਿਨ ਇਤਿਹਾਸ ਬਦਲਣਾ ਤਾਂ ਗੁਨਾਹ ਨਾ। ਹਾਂ, ਬਦਲਣ ਦੀ ਕੋਸ਼ਿਸ਼ ਜਿਹੜੀ ਆਪਣੇ ਹਿਸਾਬ ਨਾਲ ਆਪਦੇ ਹਿਸਾਬ ਨਾਲ, ਬਿਲਕੁਲ ਤੁਹਾਡੀ ਗੱਲ ਠੀਕ ਆ। ਔਰ ਇਹ ਸਮੇਂ ਦੀਆਂ ਹੁਕੂਮਤਾਂ ਕਰਦੀਆਂ ਹੁੰਦੀਆਂ ਜੀ, ਸਾਰੀਆਂ ਹੀ ਹੁਕੂਮਤਾਂ ਨੇ ਕੀਤਾ। ਤੁਸੀਂ ਮੌਜੂਦਾ ਤਾਣੇ ਬਾਣੇ ਨੂੰ ਇਕੱਲੇ ਦੋਸ਼ੀ ਨਹੀਂ ਕਹਿ ਸਕਦੇ, ਤੋਂ ਪਹਿਲੇ ਵੀ ਇੱਦਾਂ ਦੇ ਸੀ, ਸਾਰਿਆਂ ਨੇ ਕੀਤਾ ਜੀ, ਸਾਰੇ ਇੱਦਾਂ ਦੇ ਸੀਗੇ। ਈਵਨ ਤੁਸੀਂ ਗਾਣਾ ਦੀ ਗੱਲ ਕਰਦੇ ਹੋ, ਇੱਕ ਗਾਣਾ ਆਇਆ ਸੀ ਪਿਆਸਾ ਮੂਵੀ ਦਾ, ਜਿਹਦੀ ਆਪਾਂ ਕਾਫੀ ਡਿਸਕਸ ਕੀਤਾ ਹੈ, ਜਿੰਨੇ ਨਾਜ਼ ਹਿੰਦ ਹੈ
ਪਰ ਉਹ ਕਹਾਂ ਹੈ ਹਾਂ, ਕਹਾਂ ਹੈ ਕਹਾਂ ਹੈ, ਬਿਲਕੁਲ ਜੀ। ਹੁਣ ਉਹ ਗਾਣਾ ਜਿਹੜਾ ਨਹਿਰੂ ਨੂੰ ਪਸੰਦ ਨਹੀਂ ਆਇਆ, ਹਾਂ ਉਹ ਬੈਨ ਲਾਤਾ ਤੇ ਬਿਲਕੁਲ। ਅਣਕਿਆਸੀ ਜਿਹਨੂੰ ਕਹਿੰਦੇ ਨੇ ਕਿ ਪਾਬੰਦੀ ਸੀ ਗਾਣੇ ਉੱਤੇ ਕਿ ਨਾ ਕਿਸੇ ਆਲ ਇੰਡੀਆ ਰੇਡੀਓ ਤੇ ਵੱਜਣਾ ਹੈਗਾ ਗਾਣਾ, ਹਾਂਜੀ। ਨਾ ਕਿਸੇ ਦੀ ਉਹਦੀ ਕੈਸਟ ਬਣਨੀ ਹੈਗੀ, ਨਾ ਕੁਝ। ਠੀਕ ਹੈ, ਅਜੇ ਉਹਦੇ ਬਸ ਹੁੰਦਾ ਸ਼ਾਇਦ ਉਹ ਮੂਵੀ ਨਾ ਪਾਸ ਹੋਣ Movie ਨਾ pass ਹੁੰਦਾ ਸੈਂਸਰ ਨਾ ਹੋਣ ਦਿੰਦੇ। ਚਲੋ ਖੈਰ, ਮੇਰਾ ਮਕਸਦ ਸੀਗਾ ਜੀ ਇਹ ਦੋ ਜਿਹੜੀਆਂ ਘਟਨਾਵਾਂ ਅਜੇ 1-2 ਦਿਨ ਹੀ ਪਹਿਲਾਂ ਹੋਈਆਂ ਜਾਂ ਵੀਕ ਟਾਈਮ ਦੇ ਵਿੱਚ ਹੀ ਹੋਈਆਂ, ਇਹਨਾਂ ਤੇ ਜ਼ਰੂਰ ਡਿਸਕਸ਼ਨ ਕੀਤੀ ਜਾਵੇ ਔਰ ਇਹ ਨਾਲ ਦੀ ਨਾਲ ਇੱਕ ਪ੍ਰੇਰਨਾ ਦਿੱਤੀ ਜਾਵੇ, ਇੱਕ ਸਲਾਹ ਵੀ ਦਿੱਤੀ ਜਾਵੇ ਕਿ ਜਿਨ੍ਹਾਂ ਸਾਰਿਆਂ ਨੂੰ ਨਹੀਂ ਪਤਾ ਹੁੰਦਾ ਜੀ। ਇੱਕ ਗੱਲ ਇਹ ਵੀ ਕਲੀਅਰ ਹੈ ਕਿ ਹਰ ਇੱਕ ਬੰਦੇ ਨੂੰ ਨਹੀਂ ਪਤਾ ਹੁੰਦਾ, ਪਰ ਜੇ ਨਹੀਂ ਪਤਾ ਤੇ ਪਤਾ ਕਰਨ ਵਾਸਤੇ ਇਤਿਹਾਸ ਦੀਆਂ ਕਿਤਾਬਾਂ ਬਹੁਤ ਜ਼ਬਰਦਸਤ ਹੈਗੀਆਂ ਪਈਆਂ, ਉਹਨਾਂ ਨੂੰ ਜ਼ਰੂਰ ਪੜ੍ਹ ਲੈਣਾ ਚਾਹੀਦਾ। ਈਵਨ ਮੈਂ ਤਾਂ ਰਿਕਮੈਂਡ ਕਰੂੰਗਾ ਜੀ, ਜਵਾਹਰ ਲਾਲ ਨਹਿਰੂ ਦੀ ਡਿਸਕਵਰੀ ਆਫ ਇੰਡੀਆ ਕਿਤਾਬ ਆ, ਉਹਦੇ ਵਿੱਚ ਵੀ ਬਹੁਤ ਖੂਬਸੂਰਤ ਤਰੀਕੇ ਦੇ ਨਾਲ ਇਸ ਹਿਸਟਰੀ ਨੂੰ ਬਈ ਸਹੀ ਪਰਪੇਖ ਤੋਂ ਲਿਖਿਆ ਗਿਆ, ਉਹਦਾ ਸਹੀ ਐਂਗਲ ਤੋਂ ਲਿਖਿਆ ਗਿਆ ਹੈਗਾ। ਇੱਕੋ ਹੀ ਕੰਮ ਚੰਗਾ ਕੀਤਾ। ਬਾਕੀ ਉਹ ਬੀਇੰਗ ਪ੍ਰਧਾਨ ਮੰਤਰੀ ਕੀ ਸੀ, ਚਲੋ ਮੈਂ ਉਸ ਚੱਕਰ 'ਚ ਨਹੀਂ ਪੈਂਦਾ, ਪਰ ਹਿਸਟਰੀ ਦੇ ਲੈਵਲ ਤੇ ਗੱਲ ਹੈ ਕਿ ਉਸ ਸਮੇਂ 'ਚ ਹਿਸਟਰੀ ਲਿਖਣੀ ਆਪਣੇ ਆਪ ਵਿੱਚ ਬੜੀ ਮਾਰਕੇ ਦੀ ਗੱਲ ਸੀ, ਔਰ ਫਿਰ ਉਹਨੂੰ ਸਹੀ ਦਰੁਸਤ ਐਂਗਲ ਤੋਂ ਲਿਖਣਾ, ਇਹ ਇੱਕ ਹੋਰ ਵੱਡੀ ਪ੍ਰਾਪਤੀ ਵੀ ਕਹੀ ਜਾ ਸਕਦੀ, ਉਹਨੂੰ ਵੀ ਪੜ੍ਹ ਲੈਣਾ ਚਾਹੀਦਾ। ਠੀਕ ਹੈ ਜੀ। ਇਤਿਹਾਸ ਦੇ ਪੰਨੇ ਫਰੋਲਣੇ ਬਹੁਤ ਜ਼ਰੂਰੀ ਹੈ, ਉਹਨਾਂ ਤੋਂ ਸਿੱਖਿਆ ਲੈਣੀ ਬਹੁਤ ਜ਼ਰੂਰੀ ਹੈ। ਇਹ ਉਹਨਾਂ ਦੇ ਸਿੱਖਿਆ ਹੀ ਹੈ ਜਿਨ੍ਹਾਂ ਨੇ ਸਤਿਆਪਾਲ ਮਲਿਕ ਨੂੰ ਬਿਆਨ ਦੇਣ ਲਈ ਮਜਬੂਰ ਕੀਤਾ, ਹਾਲਾਂਕਿ ਉਹ ਬੜੇ ਜ਼ਿੰਮੇਵਾਰ ਅਹੁਦੇ ਤੇ ਆ, ਉਹਨੂੰ ਪਤਾ ਕਿ ਮੇਰੀ ਕੁਰਸੀ ਕਦੀ ਵੀ ਖੋਈ ਜਾ ਸਕਦੀ ਹੈ। ਔਰ ਜਿਹੜੀ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਆ, ਉਹਨੇ ਜਿਹੜਾ ਇਹ ਫੈਸਲਾ ਕੀਤਾ ਕਿ ਇੱਕ ਉਹ ਇਹੋ ਜਿਹਾ ਹਸਪੀਟਲ ਜਿੱਥੇ ਕੋਈ ਪਾਬੰਦੀ ਨਹੀਂ, ਜਿਹੜਾ ਮਰਜ਼ੀ ਆਵੇ, ਜਿਹੜਾ ਮਰਜ਼ੀ ਇਲਾਜ ਕਰਾਵੇ, ਉਹਦੇ ਲਈ ਕੋਈ ਕੈਸ਼ ਕਾਊਂਟਰ ਨਹੀਂ, ਕੋਈ ਫੀਸ ਨਹੀਂ। ਔਰ ਉਹ 50 ਰੁਪਏ ਦੀ ਟਿਕਟ ਵਾਲੀ ਗੱਲ ਆਪਾਂ ਕੀਤੀ ਹੈ, ਰੇਲਵੇ ਸਟੇਸ਼ਨ 'ਤੇ ਤੁਸੀਂ ਜਾਣਾ, ਪੈਰ ਵੀ ਧਰਨਾ, ਤੁਸੀਂ ਆਪਣੇ ਬੱਚਿਆਂ ਨੂੰ ਬਾਏ ਵੀ ਕਹਿਣ ਜਾਣਾ, ਜਿਹੜੇ ਟ੍ਰੇਨ 'ਚ ਬੈਠੇ ਹੈਗੇ ਆ, ਵੀ ਉਹਨਾਂ ਨੂੰ ਬੈਸਟ ਵਿਸ਼ੇਸ ਵੀ ਦੇਣੇ ਨਾ, ਹੈਪੀ ਜਰਨੀ ਵੀ ਕਹਿਣ ਜਾਣਾ ਤੇ 50 ਰੁਪਏ ਦੇਣੇ ਪੈਣੇ ਆ। ਪਰ ਜੇ ਤੁਹਾਡੀ MRI ਕਰਾਉਣੀ ਪੈਂਦੀ ਆ, ਉਹ ਵੀ 50 ਰੁਪਏ 'ਚ ਹੋ ਜਾਣੇ ਆ। ਬਹੁਤ ਵੱਡੀਆਂ ਗੱਲਾਂ ਹੈਗੀਆਂ, ਬੜਾ ਕੁਝ ਸਿੱਖਣ ਦੀ ਲੋੜ ਹੈ। ਉਹਦੇ ਤੁਸੀਂ ਆਏ ਹੋ, ਸਮਾਂ ਕੱਢਿਆ, ਔਰ ਇਹ ਬੜੇ ਸੈਂਸਿਟਿਵ ਮੁੱਦੇ ਜਿਨ੍ਹਾਂ 'ਤੇ ਗੱਲਬਾਤ ਕਰਨੀ ਮੈਂ ਜ਼ਰੂਰੀ ਸਮਝਦਾ ਸੀ। ਤੁਸੀਂ ਬੜੀ ਡਿਟੇਲ 'ਚ ਦੱਸਿਆ ਹੈਗਾ, ਬਹੁਤ ਮਿਹਰਬਾਨੀ। ਥੈਂਕ ਯੂ ਵੈਰੀ ਮਚ। ਥੈਂਕ ਯੂ।